महला पहला। लख चोरियां लख जारियां, लख कूड़ियां लख गाल, लख ठगियां पहनामियां, रात दिनस जी नाल। तग कपाहों कतीए, बामण वठे आए, को बकरा रिन खाया, सबको आखे पाए। होए पुराना छुट्टिए, भी फिर पाइए होर। नानक तग न टुटई, जे तग होवे जोर। महला पहला। नाए मन्निए पत उपजै, सालाही सच सूत। दरगाह अंदर पाइए, तग न टूट सपूत। महला पहला। तग न इंद्री, तग न नारी, भलके थुक पवै नित दाड़ी। तग न पैरी, तग न हथी, तग न जेवा, तग न अखी। वे तग्गा आपे वतै, वट धागे अवरा कतै। लै पहाड़ करे बिया, कड़ कागल दसेरा। सुन वेखो लोका ए विधान, मन अंधा नाओ सुजान। पौड़ी। साहिब होए दयाल, किरपा करे तां साई कार कराए सी। सो सेवक सेवा करे, जिसनो हुक्म मनाए सी। हुक्म मन्निए होवे परवान, तां खसमै का महल पाए सी। खसमै पावै सो करे, मनो चिंदिया सो फल पाए सी। तां दरगाह पैदा जाए सी। वाहिगुरु जी का खालसा, वाहिगुरु जी की फतेह। गुरु सवारी साध संगत जीओ, इस 15 नंबर ਸ਼ਲੋਕ ਦੇ ਇੱਕ ਸ਼ਲੋਕ ਦੀ ਅਸੀਂ ਵਿਚਾਰ ਕਰ ਚੁੱਕੇ, ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਰੀ ਸਭਾ ਵਿੱਚ ਆਪਣੇ ਸਾਰੇ ਪਰਿਵਾਰ, ਰਿਸ਼ਤੇਦਾਰਾਂ, ਸੰਬੰਧੀਆਂ, ਮਿੱਤਰ ਪਿਆਰਿਆਂ ਵਿੱਚ ਉਹ ਜਨੇਊ ਜੋ ਪੰਡਿਤ ਹਰਦਿਆਲ ਜੀ ਨੇ ਪਾਉਣਾ ਸੀ, ਉਸ ਤੋਂ ਇਨਕਾਰ ਕੀਤਾ ਤੇ ਇਹ ਦੱਸਿਆ ਕਿ ਹੇ ਪੰਡਿਤ ਜੀ, ਜੇ ਤੁਹਾਡੇ ਕੋਲ ਇਹੋ ਜਿਹਾ ਜਨੇਊ ਹੈ ਤੇ ਮੈਨੂੰ ਪਾ ਦਿਓ। ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵਟ। ਇਹ ਜਨੇਊ ਜੀ ਕਾ, ਹੈ ਤਾਂ ਪਾਂਡੇ ਘੱਤ। ਨਾ ਇਹ ਟੁੱਟੈ ਨਾ ਮਨ ਲੱਗੈ, ਨਾ ਇਹ ਜਲੇ ਨ ਜਾਏ। ਧਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾਏ। ਚੌਕੜ ਮੁੱਲ ਅਣਾਇਆ, ਬਹਿ ਚੌਕੈ ਪਾਇਆ। ਸਿੱਖਾ ਕੰਨ ਚੜਾਈਆਂ, ਗੁਰ ਬ੍ਰਾਹਮਣ ਥਿਆ। ਉਹ ਮੁਆ ਉਹ ਚੜ ਪਿਆ, ਵੇ ਤੱਗਾ ਗਿਆ। ਤੋ ਸਾਧ ਸੰਗਤ, ਇਸ ਸ਼ਲੋਕ ਤੋਂ ਬਾਅਦ ਹੁਣ ਸਾਰੀ ਸਭਾ, ਸਾਰੇ ਲੋਕ ਬੜੇ ਹੈਰਾਨ ਪਰੇਸ਼ਾਨ ਹਨ ਕਿ ਅਸੀਂ ਤੇ ਸੋਚਿਆ ਸੀ ਕਿ ਬਸ ਮਹਿਤਾ ਕਲਿਆਣ ਦਾਸ ਜੀ ਦੇ ਪੁੱਤਰ ਨਾਨਕ ਜੀ ਨੂੰ ਜਨੇਊ ਪਵੇਗਾ ਤੇ ਅਸੀਂ ਖਾ ਪੀ ਕੇ ਆਪਣੇ ਘਰਾਂ ਨੂੰ ਜਾਵਾਂਗੇ।
पर इत्थे तां होर ही उलझन पैदा हो गई। तो सारे जिहड़े खतरियां विच सियाणे बंदे सन ਉਹ ਕਹਿਣ ਲੱਗੇ, ਨਾਨਕ ਜੀ ਤੁਸੀਂ ਕਿਉਂ ਨਹੀਂ ਜਨੇਊ ਪਾਉਂਦੇ? ਕਹਿੰਦੇ ਜਨੇਊ ਪਾਉਣ ਦਾ ਫਾਇਦਾ ਕੀ ਹੈ, ਦੱਸੋ ਮੈਨੂੰ। ਤੁਹਾਡੇ ਇਸ ਜਨੇਊ ਦੀ ਅਸਲੀਅਤ ਤੇ ਇਹ ਹੈ ਬਈ ਤੁਸੀਂ ਖਾਣਾ ਪੀਣਾ ਤੇ ਘਰ ਨੂੰ ਤੁਰ ਜਾਣਾ। ਇਹ ਜਨੇਊ ਜਿਹੜਾ ਹੈ, ਜਾਂ ਤਾਂ ਇਸ ਜਨੇਊ ਨੂੰ ਪਹਿਨ ਕੇ ਬੰਦਾ ਇਤਨਾ ਨਿਰਮਲ ਹੋ ਜਾਏ, ਸਵੱਛ ਹੋ ਜਾਏ ਕਿ ਆਪਣੇ ਸਾਰੇ ਇੰਦਰੀਆਂ ਨੂੰ ਭੈੜੇ ਪਾਸੇ ਜਾਣ ਤੋਂ ਰੋਕੇ। ਪਰ ਇੱਥੇ ਕੀ ਹੋ ਰਿਹਾ, ਜਨੇਊ ਵੀ ਪਾ ਲਿਆ ਜਾਂਦਾ, ਜਨੇਊ ਪਾਉਣ ਦਾ ਮਾਣ ਵੀ ਕੀਤਾ ਜਾਂਦਾ, ਮੈਂ ਜਨੇਊ ਪਾਇਆ ਹੋਇਆ। ਪਰ ਜਨੇਊ ਪਾਉਣ ਤੋਂ ਬਾਅਦ ਲੱਖ ਚੋਰੀਆਂ, ਲੱਖ ਜਾਰੀਆਂ, ਅਣਗਿਣਤ ਚੋਰੀਆਂ ਵੀ ਚੋਰ ਕਰਦੇ ਨੇ, ਅਣਗਿਣਤ ਜਾਰੀਆਂ ਵੀ ਕਰਦੇ। ਦੇਖੋ ਗੁਰਬਾਣੀ ਵਿੱਚ ਦੋ ਰੂਪਾਂ ਵਿੱਚ ਯਾਰ ਅਤੇ ਜਾਰ ਸ਼ਬਦ ਹੁੰਦੇ। ਯਾਰ ਦਾ ਤੇ ਮਤਲਬ ਹੈ ਮਿੱਤਰ, ਗੁੱਡ ਸੈਂਸ, ਔਰ ਜਾਰ ਦਾ ਮਤਲਬ ਹੈ ਜੋ ਵਿਭਚਾਰੀ, ਜੋ ਪਰਾਈਆਂ ਇਸਤਰੀਆਂ ਨਾਲ ਸੰਬੰਧ ਰੱਖਣ ਵਾਲਾ। ਆਖਿਆ ਜਨੇਊ ਪਹਿਨ ਕੇ, ਜਨੇਊ ਪਹਿਨਣ ਵਾਲੇ ਕੀ ਕਰਦੇ ਹਨ? ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖਾਂ ਹੀ ਝੂਠੀਆਂ ਕਸਮਾਂ ਖਾਂਦੇ ਔਰ ਲੱਖਾਂ ਹੀ ਗਾਲਾਂ ਕੱਢਦੇ ਹਨ। ਜਾਂ ਤਾਂ ਜਨੇਊ ਪਹਿਨ ਕੇ ਇਹਨਾਂ ਕੁਕਰਮਾਂ ਤੋਂ ਆਪਣੇ ਆਪ ਨੂੰ ਰੋਕ ਲਿਆ ਜਾਏ, ਫਿਰ ਤੇ ਇਸ ਜਨੇਊ ਪਾਉਣ ਦਾ ਕੋਈ ਫਾਇਦਾ। ਜਨੇਊ ਵੀ ਪਾ ਲਿਆ ਤੇ ਗਲਤ ਕੰਮ ਵੀ ਕਰਦੇ ਰਹੇ। ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ, ਲੱਖਾਂ ਹੀ ਠੱਗੀਆਂ ਮਾਰਦੇ। ਲੋਕਾਂ ਨੂੰ ਕਹਿੰਦੇ ਕੁਛ ਨੇ, ਕਰਦੇ ਕੁਛ ਨੇ। ਔਰ ਪਹਿਨਾਮੀਆਂ ਦਾ ਮਤਲਬ ਹੈ ਉਹਨਾਂ ਬਦਨਾਮੀਆਂ ਨੂੰ ਫਿਰ ਲੁਕੋ ਕੇ ਰੱਖਣ ਦਾ ਯਤਨ ਕਰਦੇ, ਬਾਈ ਕਿਸੇ ਨੂੰ ਪਤਾ ਨਾ ਲੱਗ ਜਾਏ। ਅਮਾਨਤ ਵਿੱਚ ਖਿਆਨਤਾਂ ਕਰਦੇ ਨੇ, ਲੋਕਾਂ ਨਾਲ ਧੋਖੇ ਕਰਦੇ ਨੇ। ਦਿਨੇ ਰਾਤੀ ਇਹ ਸਭ ਕੁਝ ਜੀ ਦੇ ਨਾਲ ਰਹਿੰਦਾ। ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਜੀ ਨਾਲ, ਤੱਗ ਕਪਾਹੋਂ ਕਤੀਐ, ਬਾਹਮਣ ਵੱਟੇ ਆਏ। ਇਹ ਜਿਹੜਾ ਜਨੇਊ ਪਾਉਣ ਲਈ ਤੁਸੀਂ ਕਹਿੰਦੇ ਹੋ, ਜਾਂ ਪ੍ਰੋਹਤ ਜੀ ਜਿਹੜਾ ਜਨੇਊ ਪਾਉਣ ਲਈ ਆਏ ਹਨ, ਇਹਦੀ ਅਸਲੀਅਤ ਕੀ ਹੈ? ਬਈ ਤੱਗ ਕਹਿੰਦੇ ਨੇ ਜਨੇਊ ਨੂੰ, ਤੇ ਕਪਾਹ ਕਹਿੰਦੇ ਨੇ ਸੂਤਰ ਰੂਈ ਨੂੰ। ਕਪਾਹ ਲਿਆ ਕੇ, ਰੂਈ ਲਿਆ ਕੇ ਉਹਦੇ ਤੋਂ ਇਹ ਜਨੇਊ ਵੱਟਿਆ ਜਾਂਦਾ। ਤੱਗ ਕਪਾਹੋਂ ਕਤੀਐ, ਸੂਤਰ ਬਣ ਜਾਂਦਾ। ਫਿਰ ਬਾਹਮਣ ਵੱਟੇ ਆਏ, ਤੇ ਜਿਹਦੇ ਘਰ ਜਨੇਊ ਪਾਉਣ ਦੀ ਰਸਮ ਹੈ ਉੱਥੇ ਬਾਹਮਣ ਆ ਕੇ ਉਸਨੂੰ ਵੱਟ ਚਾੜਦਾ। ਕੋ ਬੱਕਰਾ ਰਿਨ ਖਾਇਆ, ਸਭ ਕੋ ਆਖੇ ਪਾਏ। ਤੇ ਜਿਹੜੇ ਸੰਬੰਧੀ ਰਿਸ਼ਤੇਦਾਰ ਭਾਈਚਾਰਾ ਆਇਆ, ਉਹਨਾਂ ਨੂੰ ਬੱਕਰਾ ਕੋਹ ਕੇ ਰਿੰਨ ਕੇ ਖਵਾਇਆ ਜਾਂਦਾ। ਉਹ ਮਾਸ ਦੀ ਰੋਟੀ ਖਾ ਕੇ ਬੜੇ ਪ੍ਰਸੰਨ ਹੁੰਦੇ ਨੇ ਤੇ ਇਹ ਕਹਿ ਕੇ ਚਲੇ ਜਾਣਗੇ, ਲਓ ਜੀ ਜਨੇਊ ਪੈ ਗਿਆ, ਜਨੇਊ ਪੈ ਗਿਆ। ਫਿਰ ਇਸ ਜਨੇਊ ਦੀ ਅਸਲੀਅਤ ਕੀ? ਹੋਏ ਪੁਰਾਣਾ ਛੁੱਟੀ ਹੈ,
भी फिर पाइए होर। आखिर इस सूत्र का जनेऊ शरीर नाल लग के समय समय इनू मैल भी लगेगी, ये घसेगा भी, ते जिस दिन ये पुराना हो गया इनू ला के सुट दिता जाएगा, ते इहदी जगह फिर होर जनेऊ पाया जाए। होए पुराना सुटिए भी फिर पाइए होर। नानक तग न टुटई जे तग होवे जोर। नानक जी फरमांदे ने, जे इस जनेऊ विच जोर होवे, ताकत होवे, जे इहदे विच कोई पकियाई होवे तां ये तग फिर टुटना नहीं चाहिए। जे तग होवे जोर, तग दे गगे नूं सियारी है। जे ये जिहड़ा जनेऊ पंडित जी ने पाउणा या पाया तुसी, ਜਿਹਦੇ ਵਿੱਚ ਜ਼ੋਰ ਹੋਵੇ, ਇਹ ਤਾਕਤਵਰ ਹੋਵੇ, ਇਹ ਮਜ਼ਬੂਤ ਹੋਵੇ, ਇਹ ਫਿਰ ਟੁੱਟਣਾ ਨਹੀਂ ਚਾਹੀਦਾ। ਪਰ ਇਹ ਤਾਂ ਟੁੱਟ ਜਾਂਦਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਰੀ ਗੱਲ ਸਪਸ਼ਟ ਕਰ ਦਿੱਤੀ ਤੇ ਹੁਣ ਪੰਡਿਤ ਜੀ ਕਹਿਣ ਲੱਗੇ, ਮਹਾਰਾਜ ਫਿਰ ਤੁਸੀਂ ਦੱਸੋ। ਮਹਾਰਾਜ ਤੇ ਦੱਸਣ ਲਈ ਆਏ ਸਨ। ਇਹ ਸਾਰਾ ਕੌਤਕ ਰਚਿਆ ਹੀ ਇਸ ਵਾਸਤੇ ਗਿਆ ਵੀ ਲੋਕ ਇਕੱਠੇ ਹੋਣਗੇ ਤੇ ਜਨੇਊ ਦੀ ਗੱਲ ਖੁੱਲ੍ਹ ਕੇ ਹੋਵੇਗੀ। ਇਹ ਸਾਰਾ ਜੀਵਨ ਮਹਾਰਾਜ ਦਾ ਪੜ੍ਹ ਕੇ ਦੇਖੋ। ਜਿੱਥੇ ਵੀ ਗੁਰੂ ਸਾਹਿਬ ਜਾਂਦੇ, ਚਾਹੇ ਹਰਿਦੁਆਰ ਗਏ, ਚਾਹੇ ਮੱਕੇ ਗਏ, ਜਿੱਥੇ ਵੀ ਗਏ, ਉੱਥੇ ਲੋਕਾਂ ਦੇ ਇਕੱਠ ਵਿੱਚ ਗੱਲ ਕੀਤੀ। ਕਿਉਂਕਿ ਇਕੱਠ ਵਿੱਚ ਕੀਤੀ ਹੋਈ ਗੱਲ ਫਿਰ ਸਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ। तो पंडित जी कहने लगे, महाराज फिर तुसी दसो। कहते आओ दसते हैं। महला पहला नाए मन्ने पत उपजै। भाई परमात्मा दे नाम नूं मनन करके हिरदे विच जे दृढ़ कर लईए ते इज्जत मिलती। जिन्हां ने भी नाम जपिया, नाम जपण वालियां दी वखरी ही शोभा। साला ही सच सूत। ਇਹ ਜਿਹੜਾ ਜਨੇਊ ਅਸੀਂ ਦੱਸ ਰਹੇ ਹਾਂ, ਇਹ ਪਰਮਾਤਮਾ ਦੇ ਨਾਮ ਨੂੰ ਮੰਨਣ ਕਰਕੇ, ਪਰਮਾਤਮਾ ਦੀ ਸਿਫਤ ਸਲਾਹ ਕਰਨ ਕਰਕੇ ਸੱਚਾ ਸੂਤਰ ਤਿਆਰ ਹੁੰਦਾ ਤੇ ਦਰਗਾਹ ਅੰਦਰ ਪਾਈ ਹੈ ਤਗ ਨ ਟੂਟ ਸਪੂਤ। ਆਖਿਆ ਰੱਬ ਦੀ ਸਿਫਤ ਸਲਾਹ ਦਾ ਸੱਚਾ ਜਨੇਊ ਜਿਸ ਨੇ ਪਾ ਲਿਆ, ਉਹਨੂੰ ਦਰਗਾਹ ਵਿੱਚ ਮਾਣ ਮਿਲਦਾ ਹੈ ਅਤੇ ਇਹ ਕਦੇ ਟੁੱਟਦਾ ਵੀ ਨਹੀਂ। ਪਾਤਸ਼ਾਹ ਨੇ ਹੋਰ ਖੋਲ੍ਹਿਆ, ਆਖਿਆ ਤੁਸੀਂ ਜਨੇਊ ਤੇ ਪਾ ਲੈਂਦੇ, ਪਰ ਇਹ ਦੱਸੋ ਮਹਿਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ। ਨਾ ਤਾਂ ਇੰਦਰੀਆਂ ਨੂੰ ਕੋਈ ਜਨੇਊ ਪਾਇਆ, ਇਹ ਤਾਂ ਉਸੇ ਤਰ੍ਹਾਂ ਦੌੜੀਆਂ ਫਿਰਦੀਆਂ। ਸਰੀਰਕ ਇੰਦਰੀਆਂ ਨੂੰ ਜਨੇਊ ਨਹੀਂ ਪਾਇਆ, ਰੋਕ ਨਹੀਂ ਲਾਈ। ਤਗ ਨਾ ਨਾਰੀ, ਕਈ ਵਿਦਵਾਨਾਂ ਨੇ ਨਾਰੀ ਦਾ ਅਰਥ ਇਸਤਰੀ ਕੀਤਾ, ਕਿਉਂਕਿ ਠੀਕ ਹੈ ਕਿ ਬ੍ਰਾਹਮਣ ਨੇ ਮਨੂ ਸਿਮਰਤੀ ਮੁਤਾਬਕ ਇਸਤਰੀ ਨੂੰ ਜਨੇਊ ਪਾਉਣ ਦਾ ਅਧਿਕਾਰੀ ਨਹੀਂ ਦੱਸਿਆ, ਤੇ ਕਈ ਵਿਦਵਾਨਾਂ ਨੇ ਇਸ ਨੂੰ ਨਾਰੀ ਕਿਹਾ। ਜਿਹੜੀਆਂ ਸਰੀਰ ਦੇ ਅੰਦਰ ਨਾੜੀਆਂ ਹਨ ਉਹਨਾਂ ਨੂੰ ਵੀ ਕੋਈ ਜਨੇਊ ਨਹੀਂ ਪਾਇਆ। ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ। ਫਿਰ ਕੁਕਰਮ ਕਰੀ ਜਾਂਦੇ ਨੇ, ਭੈੜੇ ਕੰਮ ਕਰੀ ਜਾਂਦੇ ਨੇ, ਬੇਵਿਚਾਰ ਵੀ ਕਰਦੇ ਨੇ, ਝੂਠ ਵੀ ਬੋਲਦੇ ਨੇ, ਠੱਗੀਆਂ ਵੀ ਕਰਦੇ। ਭਲਕੇ ਦਾ ਮਤਲਬ ਹੈ ਹਰ ਰੋਜ਼। ਫਿਰ ਦਾੜੀ ਵਿੱਚ ਥੁੱਕਾਂ ਪੈਂਦੀਆਂ, ਥੁੱਕਾਂ ਦਾ ਮਤਲਬ ਫਿਟਕਾਰ ਮਿਲਦੀ। ਸਮਾਜ ਵਿੱਚ ਲੋਕ ਉਹਨਾਂ ਲੋਕਾਂ ਨੂੰ ਫਿਟਕਾਰ ਪਾਉਂਦੇ। ਤਗ ਨਾ ਪੈਰੀ ਤਗ ਨਾ ਹੱਥੀ
ਨਾ ਪੈਰਾਂ ਨੂੰ ਭੈੜੇ ਪਾਸੇ ਜਾਣ ਤੋਂ ਰੋਕਿਆ, ਨਾ ਹੱਥਾਂ ਨੂੰ ਲੋਕਾਂ ਦੇ ਧਨ ਚੁਰਾਉਣ ਤੋਂ ਰੋਕਿਆ। ਦੇਖੋ ਨਾ, ਤੱਗ ਦਾ ਮਤਲਬ, ਜਨੇਊ ਦਾ ਮਤਲਬ ਤਾਂ ਇਹ ਸੀ ਕਿ ਮੁੜ ਕੇ ਫਿਰ ਭੈੜੇ ਕੰਮ ਨਾ ਕੀਤੇ ਜਾਣ। ਪਰ ਕੀ ਜਨੇਊ ਪਾਉਣ ਵਾਲੇ ਇਹਨਾਂ ਕੰਮਾਂ ਤੋਂ ਰੁਕ ਗਏ ਨੇ? ਤੱਗ ਨਾ ਇੰਦਰੀ ਤੱਗ ਨਾ ਨਾਰੀ, ਬਲਕਿ ਥੁੱਕ ਪਵੈ ਨਿਤ ਦਾੜੀ। ਤੱਗ ਨਾ ਪੈਰੀ ਤੱਗ ਨਾ ਹੱਥੀਂ, ਤੱਗ ਨਾ ਜੇਵਾ ਤੱਗ ਨਾ ਅੱਖੀਂ। ਧਿਆਨ ਮਾਰੋ, ਗੁਰਬਾਣੀ ਨੂੰ ਅਸੀਂ ਵਿਚਾਰ ਕੇ ਪੜ੍ਹੀ। ਨੈਣੀ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਹ ਸਾਰੇ ਇੰਦਰੇ ਤਾਂ ਭੈੜੇ ਕੰਮਾਂ ਵਿੱਚ ਲੱਗੇ ਹੋਏ। ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ। ਤੱਗ ਨਾ ਪੈਰੀ ਤੱਗ ਨਾ ਹੱਥੀਂ, ਤੱਗ ਨਾ ਜੇਵਾ ਤੱਗ ਨਾ ਅੱਖੀਂ। ਨਾ ਜੀਵਾ ਨੂੰ ਜਨੇਊ ਪਾਇਆ, ਨਾ ਅੱਖਾਂ ਨੂੰ ਜਨੇਊ ਪਾਇਆ। ਉਹ ਦੂਜਿਆਂ ਨੂੰ ਤੱਗ ਪਵਾਉਣ ਵਾਲੇ, ਵੇ ਤੱਗਾ ਆਪੇ ਵੱਤੈ। ਆਪ ਤੇ ਤੂੰ ਜਨੇਊ ਤੋਂ ਬਿਨਾਂ ਫਿਰੀ ਜਾਣ। ਵਟ ਧਾਗੇ ਅਵਰਾ ਕੱਤੈ, ਤੇ ਦੂਜਿਆਂ ਨੂੰ ਧਾਗੇ ਵਟ ਵਟ ਕੇ ਜਨੇਊ ਪਾਈ। ਲੈ ਪਹਾੜ ਕਰੇ ਵੀ ਆਹ, ਆਪਣੇ ਜਜਮਾਨਾਂ ਦੇ ਮੁੰਡੇ ਕੁੜੀਆਂ ਦੇ ਵਿਆਹ ਪਹਾੜਾ ਲੈ ਕੇ, ਦਕਸ਼ਨਾ ਲੈ ਕੇ ਕਰ। ਉਹ ਕਹਿੰਦਾ ਮੇਰੇ ਬੱਚੇ ਹਨ, ਮੇਰੇ ਬੱਚਿਆਂ ਵਰਗੇ ਹਨ। ਪਰ ਜੇ ਉਹਨਾਂ ਦਾ ਵਿਆਹ ਸਾਹਾ ਸੋਧਣਾ ਹੋਵੇ ਤਾਂ ਵੀ ਦਕਸ਼ਨਾ, ਜੇ ਵਿਆਹ ਕਰਾਉਣਾ ਹੋਵੇ ਤਾਂ ਵੀ ਦਕਸ਼ਨਾ। ਲੈ ਪਹਾੜ ਕਰੇ ਵੀ ਆਹ, ਕੱਢ ਕਾਗਲ ਦੱਸੇ ਰਾਹ। ਫਿਰ ਕਾਗਜ਼ ਪੱਤਰੀ ਕੱਢ ਕੇ ਉਹਨਾਂ ਨੂੰ ਰਾਹ ਵੀ ਦੱਸਦਾ। ਕਈਆਂ ਨੇ ਰਾਹੂ ਕੇਤੂ ਦੀ ਗੱਲ ਵੀ ਕੀਤੀ ਹੈ, ਪਰ ਗੱਲ ਕੀ, ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਦਾ ਭਰਮ ਪਾਇਆ ਜਾਂਦਾ। ਸੁਣ ਵੇਖੋ ਲੋਕਾ ਇਹ ਵਿਧਾਨ। ਇਹ ਜਿਹੜਾ ਲੋਕਾ ਸ਼ਬਦ ਹੈ, ਇਹ ਕੋਲੈਕਟਿਵ ਨਾਊਨ ਹੈ। ਹੇ ਲੋਕੋ ਸੁਣੋ, ਵੇਖੋ, ਇਹ ਕਿੱਡਾ ਆਸ਼ਚਰਜ ਤਮਾਸ਼ਾ ਹੈ। ਸੁਣ ਵੇਖੋ ਲੋਕਾ ਇਹ ਵਿਧਾਨ, ਮਨ ਅੰਧਾ ਨਾਉ ਸੁਜਾਨ। ਮਨ ਕਰਕੇ ਅੰਧਾ ਹੈ, ਅਗਿਆਨੀ ਹੈ, ਭਾਵ ਆਪ ਅਮਲ ਨਹੀਂ ਕਰਦਾ, ਤੇ ਨਾ ਆਪਣੇ ਆਪ ਨੂੰ ਸਿਆਣਾ, ਮੈਂ ਪੰਡਿਤ ਹਾਂ। ਫਿਰ ਇਹ ਕਾਹਦਾ ਪੰਡਿਤ ਹੋਇਆ? ਭਾਵ ਅਗਿਆਨੀ ਹੈ, ਪਰ ਆਪਣਾ ਨਾਮ ਰਖਾਇਆ ਹੋਇਆ ਸਿਆਣਾ। ਪ੍ਰੋਤ ਜੀ ਢਿੱਲੇ ਪੈ ਗਏ। ਮਹਾਰਾਜ ਫਿਰ ਦੱਸੋ ਕਿਵੇਂ ਸਾਡਾ ਭਲਾ ਹੋਵੇ? ਗੁਰੂ ਨਾਨਕ ਪਾਤਸ਼ਾਹ ਨੇ ਪੌੜੀ ਵਿੱਚ ਫਰਮਾਇਆ, ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਜੇ ਸਾਹਿਬ ਮਾਲਕ ਅਕਾਲ ਪੁਰਖ ਪਰਮਾਤਮਾ ਸੇਵਕ ਉੱਤੇ ਦਿਆਲ ਹੋ ਜਾਏ, ਆਪਣੀ ਮਿਹਰ ਦੀ ਨਜ਼ਰ ਕਰ ਦੇਵੇ, ਫਿਰ ਉਹ ਕੰਮ ਕਰਾਏਗਾ ਜਿਹੜਾ ਉਸ ਨੂੰ ਚੰਗਾ ਲੱਗਦਾ। ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ, ਜਿਸਨੂੰ ਹੁਕਮ ਮਨਾਏ ਸੀ। ਜਿਹਦੇ ਉੱਤੇ ਉਹਦੀ ਕਿਰਪਾ ਹੋ ਜਾਏ, ਜਿਹੜਾ ਹੁਕਮ ਮੰਨਣ ਯੋਗ ਬਣ ਜਾਏ, ਜਿਹੜਾ ਉਸ ਦੀ ਰਜ਼ਾ ਵਿੱਚ ਰਾਜ਼ੀ ਰਹੇ, ਉਹ ਅਸਲੀ ਸੇਵਕ ਹੈ। ਸੋ ਸੇਵਕ ਸੇਵਾ ਕਰੇ, ਜਿਸਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਜਿਹੜਾ ਹੁਕਮ ਮੰਨ ਕੇ ਪ੍ਰਵਾਨ ਕਬੂਲ ਹੋਵੇਗਾ, ਉਹ ਖਸਮ ਦਾ ਮਹਿਲ ਟਿਕਾਣਾ ਅਸਥਾਨ ਪ੍ਰਾਪਤ ਕਰੇ। ਖਸਮੈ ਭਾਵੈ ਸੋ ਕਰੇ,
ਮਨੋ ਚਿੰਦਿਆ ਸੋ ਫਲ ਪਾਏ ਸੀ। ਆਖਿਆ ਜਿਹੜਾ ਖਸਮ ਦੀ ਰਜ਼ਾ ਵਿੱਚ ਰਾਜੀ ਰਹੇ। ਦੇਖੋ ਆਮ ਜੀਵਨ ਵਿੱਚ ਵੀ ਦੇਖ ਲਓ, ਤੁਹਾਡਾ ਕੋਈ ਨੌਕਰ ਹੋਵੇ, ਤੁਹਾਡੇ ਹੁਕਮ ਵਿੱਚ ਚੱਲੇ, ਤੁਸੀਂ ਉਹਨੂੰ ਕਿੰਨੀਆਂ ਬਖਸ਼ਾਂ ਕਰਦੇ ਹੋ, ਤਨਖਾਹ ਤੋਂ ਇਲਾਵਾ ਕਿੰਨਾ ਕੁਝ ਦੇਣ ਲਈ ਤਿਆਰ ਕਰ। ਸੱਚਮੁੱਚ ਇਸੇ ਤਰ੍ਹਾਂ ਖਸਮੈ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਜਿਹੜਾ ਮਾਲਕ ਨੂੰ ਚੰਗਾ ਲੱਗਣ ਵਾਲਾ ਕੰਮ ਕਰੇਗਾ ਉਹਨੂੰ ਮਾਲਕ ਮਨੋ ਚਿੰਦਿਆ ਜੋ ਵੀ ਚਿਤਵੇਗਾ ਸੋ ਫਲ ਪਾਏ ਸੀ। ਤਾਂ ਦਰਗਾਹ ਪੈਦਾ ਜਾਏ ਸੀ, ਤਦੋਂ ਦਰਗਾਹ ਵਿੱਚ ਪਹਿਨਾਇਆ ਜਾਏਗਾ, ਉਹਦਾ ਸਨਮਾਨ ਹੋਵੇਗਾ, ਉਸ ਨੂੰ ਦਰਗਾਹ ਵਿੱਚ ਇੱਜ਼ਤ ਮਿਲੇਗੀ, ਉਹਨੂੰ ਸਿਰੋਪਾਓ ਮਿਲੇਗਾ। ਤੋ ਸਾਧ ਸੰਗਤ, ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਇਸ 15 ਨੰਬਰ ਸ਼ਲੋਕ ਤੇ ਪੌੜੀ ਵਿੱਚ ਸਾਰੇ ਭਰਮ ਤੋੜ ਦਿੱਤੇ ਨੇ ਔਰ ਉਸ ਮਾਰਗ ਨੂੰ ਦਰਸਾਇਆ ਹੈ। ਜੇ ਅਸੀਂ ਉਸ ਦੇ ਅਨੁਸਾਰ ਚੱਲੀਏ ਫਿਰ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।